ਸਟਾਰ ਟਾਕ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਸਿਮਰਤ ਗਰੇਵਾਲ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਇੱਕ ਵਾਰ ਫਿਰ ਤੁਹਾਡੇ ਲਈ ਨਵਾਂ ਸ਼ੋਅ ਲੈ ਕੇ ਹਾਜ਼ਰ ਹੋਏ ਹਾਂ। ਸਟਾਰ ਟਾਕ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਆਪਣੇ ਆਲੇ ਦੁਆਲੇ ਜੋ ਕੁਝ ਵਾਪਰਦਾ ਉਹਦੇ ਬਾਰੇ ਤੁਹਾਡੇ ਨਾਲ ਵੱਖ-ਵੱਖ ਮੁੱਦਿਆਂ 'ਤੇ ਗੱਲ ਕਰਦੇ ਹਾਂ। ਸੋ ਅੱਜ ਵੀ ਕੁਝ ਇਸ ਤਰ੍ਹਾਂ ਦੇ ਇੱਕ ਦੋ ਮਸਲੇ ਨੇ ਜਿਹੜੇ ਕਾਫੀ ਚਰਚਾ ਵਿੱਚ ਰਹੇ ਨੇ ਅਤੇ ਆਉਣ ਵਾਲੇ ਸਮੇਂ ਵਿੱਚ ਰਹਿਣਗੇ। ਖਾਸ ਕਰਕੇ ਆਪਾਂ ਜੇ ਗੱਲ ਕਰੀਏ ਆਪਣੇ ਗੁਆਂਢੀ ਮੁਲਕ ਅਮਰੀਕਾ ਦੀ, ਅਤੇ ਨਵੇਂ ਇਲੈਕਟਡ ਜਿਹੜੇ ਉਮੀਦਵਾਰ ਨੇ ਰਾਸ਼ਟਰਪਤੀ ਦੇ, ਜੋ ਬਾਈਡਨ, ਉਹ ਹੁਣ ਰਾਸ਼ਟਰਪਤੀ ਦੀ ਸਹੁੰ ਚੁੱਕਣ ਜਾ ਰਹੇ ਨੇ। ਸੋ 20 ਜਨਵਰੀ ਨੂੰ ਉਹਨਾਂ ਨੇ 46ਵੇਂ ਰਾਸ਼ਟਰਪਤੀ ਬਣ ਜਾਣਾ ਅਮਰੀਕਾ ਦੇ। ਸੋ ਜਦੋਂ ਉਹਨਾਂ ਨੇ ਇਹ ਚੋਣ ਜਿੱਤੀ ਹੈ, ਉਸ ਤੋਂ ਬਾਅਦ ਕਾਫੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀਗੀਆਂ ਵੀ ਉਹਨਾਂ ਦੇ ਜਿੱਤਣ ਤੋਂ ਬਾਅਦ, ਉਹਨਾਂ ਦੇ ਅਹੁਦੇ ਸੰਭਾਲਣ ਤੋਂ ਬਾਅਦ ਦੁਨੀਆ ਪੱਧਰ 'ਤੇ ਅਤੇ ਖਾਸ ਕਰਕੇ ਕੈਨੇਡਾ ਦੇ ਲੋਕਾਂ 'ਤੇ ਕੀ ਅਸਰ ਪਵੇਗਾ, ਕੈਨੇਡਾ ਦੀ ਸਰਕਾਰ 'ਤੇ ਕੀ ਅਸਰ ਪਵੇਗਾ, ਕੈਨੇਡਾ ਦੀ ਆਰਥਿਕਤਾ 'ਤੇ ਕੀ ਅਸਰ ਪਵੇਗਾ। ਸੋ ਜਿਹੜੀਆਂ ਗੱਲਾਂ ਹੁਣ ਆ ਰਹੀਆਂ ਨੇ ਮੀਡੀਆ ਦੇ ਵਿੱਚ ਵੀ ਕਿਹੜੇ ਉਹਨਾਂ ਨੇ ਕੰਮ ਪਹਿਲ ਦੇ ਆਧਾਰ 'ਤੇ ਕਰਨੇ ਨੇ, ਉਹਨਾਂ ਦੇ ਵਿੱਚੋਂ ਜਿਹੜਾ ਦੋ ਕੰਮ ਕਾਫੀ ਜਿਹੜੇ ਉੱਭਰ ਕੇ ਸਾਹਮਣੇ ਆਏ ਨੇ। ਖਾਸ ਕਰਕੇ ਜਿਹੜਾ ਇੱਕ ਮੁੱਦਾ ਉਹਦਾ ਸਿੱਧਾ ਕੈਨੇਡਾ ਦੇ ਨਾਲ ਸੰਬੰਧ ਹੈ। ਕੀਸਟੋਨ ਪਾਈਪਲਾਈਨ ਜਿਹੜੀ ਕਾਫੀ ਲੰਬੇ ਸਮੇਂ ਤੋਂ ਚਰਚਾ ਦੇ ਵਿੱਚ ਰਹੀ ਹੈ, ਜਿਹੜਾ ਡੋਨਲਡ ਟਰੰਪ ਦਾ ਪੂਰਾ ਜਿਹੜਾ ਕਾਰਜਕਾਲ ਨਿਕਲ ਗਿਆ ਇਸ ਕੰਮ ਦੇ ਵਿੱਚ। ਸੋ ਉਹਦੇ ਬਾਰੇ ਇਹ ਗੱਲਾਂ ਆ ਰਹੀਆਂ ਨੇ ਸਾਹਮਣੇ ਵੀ ਜਦੋਂ ਜੋ ਬਾਈਡਨ ਨੇ ਸੱਤਾ ਸੰਭਾਲ ਲਈ, ਉਹਨਾਂ ਨੇ ਪਹਿਲਾ ਕੰਮ ਇਹ ਕਰਨਾ ਵੀ ਜਿਹੜੀ ਕੀਸਟੋਨ ਪਾਈਪਲਾਈਨ ਹੈ ਅਲਬਰਟਾ ਵਾਲੀ, ਉਹਨਾਂ ਨੇ ਉਹ ਸਾਰਾ ਜਿਹੜਾ ਪਲਾਨ ਉਹ ਕੈਂਸਲ ਕਰ ਦੇਣਾ। ਅਤੇ ਦੂਸਰਾ ਜਿਹੜਾ ਵੱਡਾ ਕੰਮ ਕਰਨ ਜਾ ਰਹੇ ਨੇ ਉਹ ਹੈ ਜੀ, ਅਮਰੀਕਾ ਦੇ ਵਿੱਚ ਜਿੰਨੇ ਵੀ ਅਨਡਾਕੂਮੈਂਟਡ ਲੋਕ ਰਹਿੰਦੇ ਨੇ, ਕਿਹਾ ਜਾ ਰਿਹਾ ਵੀ ਹੋ ਸਕਦਾ ਵੀ ਜੋ ਬਾਈਡਨ ਆਉਣ ਅਤੇ ਉਹਨਾਂ ਨੂੰ ਪੱਕੇ ਹੋਣ ਦਾ ਰਸਤਾ ਖੋਲ੍ਹਣ। ਸੋ ਇਸੇ ਤਰ੍ਹਾਂ ਹੀ ਜਿਹੜਾ ਇੱਕ ਹੋਰ ਮਸਲਾ ਹੈ ਜੋ ਕੈਨੇਡਾ ਦੇ ਨਾਲ ਸੰਬੰਧਿਤ ਹੈ, ਨਵਦੀਪ ਬੈਂਸ ਜਿਹੜੇ ਕਿ ਮਿਸੀਸਾਗਾ ਮਾਲਟਨ ਤੋਂ ਕਾਫੀ ਲੰਬਾ ਸਮਾਂ MP ਰਹੇ ਨੇ ਅਤੇ ਮਿਨਿਸਟਰ ਰਹੇ ਨੇ ਟਰੂਡੋ ਸਰਕਾਰ ਦੇ ਵਿੱਚ, ਲਿਬਰਲ ਸਰਕਾਰ ਦੇ ਵਿੱਚ। ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਪਿਛਲੇ ਦਿਨਾਂ ਦੇ ਵਿੱਚ। ਸੋ ਉਹ ਵੀ ਕਾਫੀ ਚਰਚਾ ਦੇ ਵਿੱਚ ਹੈ। ਕਾਫੀ ਤਰ੍ਹਾਂ ਦੀਆਂ ਜਿਹੜੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ, ਕਾਫੀ ਤਰ੍ਹਾਂ ਦੇ ਜਿਹੜੇ ਵਾਦ ਵਿਵਾਦ ਛਿੜੇ ਹੋਏ ਨੇ। ਸੋ ਇਹਨਾਂ ਦੋ ਮੁੱਦਿਆਂ 'ਤੇ ਅੱਜ ਤੁਹਾਡੇ ਨਾਲ ਗੱਲ ਕਰਾਂਗੇ। ਸੋ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ ਹਰਕੀਰਤ ਜੀ। ਹਰਕੀਰਤ ਜੀ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਸਿਮਰਤ ਜੀ। ਹਰਕੀਰਤ ਜੀ, ਆਪਾਂ ਗੱਲ ਇੱਥੋਂ ਸ਼ੁਰੂ ਕਰਦੇ ਹਾਂ ਕਿਉਂਕਿ ਆਪਣੇ ਗੁਆਂਢੀ ਮੁਲਕ ਦੇ ਵਿੱਚ ਜੋ ਬਾਈਡਨ ਡੈਮੋਕ੍ਰੇਟ ਜਿਹੜੇ ਹੁਣ ਰਾਸ਼ਟਰਪਤੀ ਦੀ ਸਹੁੰ ਚੁੱਕਣ ਜਾ ਰਹੇ ਨੇ। ਸੋ ਕੱਲ੍ਹ ਤੋਂ ਉਹਨਾਂ ਨੇ ਜਿਹੜੇ ਰਾਸ਼ਟਰਪਤੀ ਬਣ ਜਾਣਾ ਅਮਰੀਕਾ ਦੇ 46ਵੇਂ ਰਾਸ਼ਟਰਪਤੀ। ਡੋਨਲਡ ਟਰੰਪ ਬਾਹਰ ਜਾ ਰਹੇ ਨੇ। ਸੋ ਉਹਨਾਂ ਨੇ ਜਦੋਂ ਉਹਨਾਂ ਤੋਂ ਜਦੋਂ ਦੇ ਉਹ ਚੋਣ ਜਿੱਤੇ ਨੇ, ਉਸ ਤੋਂ ਬਾਅਦ ਕੁਝ ਜਿਹੜੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀ ਵੀ ਕਿਹੜੇ ਕੰਮ ਨੇ ਉਹਨਾਂ ਨੇ ਕਰਨੇ ਨੇ। ਸੋ ਜੋ ਬਾਈਡਨ ਦਾ ਦੇ ਕੈਨੇਡਾ ਦੀ ਆਰਥਿਕਤਾ 'ਤੇ ਕੀ ਅਸਰ ਪਵੇਗਾ। ਸੋ ਜਿਹੜੀਆਂ ਦੋ ਖਬਰਾਂ ਜਿੱਦਾਂ ਮੈਂ ਹੁਣ ਪਹਿਲਾਂ ਦੱਸੀਆਂ ਨੇ, ਖਾਸ ਕਰਕੇ ਜਿਹੜੀ ਇਮੀਗ੍ਰੇਸ਼ਨ ਦੇ ਨਾਲ ਆਪਾਂ ਗੱਲ ਸ਼ੁਰੂ ਕਰਦੇ ਹਾਂ ਇੱਥੇ, ਅਤੇ ਤੁਸੀਂ ਦੱਸੋ ਵੀ ਕਿਸ ਤਰ੍ਹਾਂ ਜਿਹੜਾ ਇਸ ਨੂੰ ਲੈ ਰਹੇ ਹੋ, ਜਿਹੜਾ ਵੀ ਕਿਹਾ ਜਾ ਰਿਹਾ ਵੀ ਵੱਡੇ ਪੱਧਰ 'ਤੇ ਜਿਹੜੇ ਅਨਡਾਕੂਮੈਂਟਡ ਲੋਕ ਉਹਨਾਂ ਨੂੰ ਪੱਕੇ ਹੋਣ ਦਾ ਜਿਹੜੀ ਉਮੀਦ ਹੈ। ਸਿਮਰਤ ਜੀ, ਤੁਸੀਂ ਕਾਫੀ ਲੰਬੀ ਭੂਮਿਕਾ ਦਿੱਤੀ ਅੱਜ ਇਸ ਧੰਨਵਾਦ ਜੀ। ਅਤੇ ਬਹੁਤ ਵਧੀਆ ਲੱਗਿਆ ਜਦ ਤੁਸੀਂ ਭੂਮਿਕਾ ਦਿੰਦੇ ਹੋ ਤਾਂ ਕਾਫੀ ਵਿਸਥਾਰਪੂਰਵਕ ਦੱਸਦੇ ਹੋ ਦਰਸ਼ਕਾਂ ਨੂੰ। ਧੰਨਵਾਦ। ਅਤੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜੋ ਬਾਈਡਨ ਸਾਹਿਬ ਜਦ ਆਏ ਸੀ, ਜਦ ਦੇਖੋ ਹਰ ਬੰਦੇ ਦੀ ਇੱਕ ਆਈਡੀਓਲੋਜੀ ਹੁੰਦੀ ਹੈ, ਔਰ ਖਾਸ ਕਰ ਅੱਜ ਕੱਲ੍ਹ ਜੋ ਚੀਜ਼ ਵਾਪਰ ਰਿਹਾ, ਸਾਰੀ ਦੁਨੀਆ ਦੇ ਵਿੱਚ ਜੋ ਚੀਜ਼ ਵਾਪਰ ਰਿਹਾ ਮੈਂ ਦੇਖ ਰਿਹਾ, ਚਾਹੇ ਉਹ ਇੰਡੀਆ, ਚਾਹੇ ਉਹ ਯੂਰਪ ਹੈ, ਚਾਹੇ ਈਵਨ ਉਹ ਸਾਊਥ ਅਫਰੀਕਾ ਹੈ, ਸਾਊਥ ਅਮਰੀਕਾ ਹੈ, ਔਰ ਖਾਸ ਕਰਕੇ ਹੁਣ ਆਪਾਂ ਨੂੰ ਜੋ ਦੇਖਣ ਨੂੰ ਮਿਲ ਰਿਹਾ US ਦੇ ਵਿੱਚ, ਹਾਂਜੀ, ਉੱਤਰੀ ਅਮਰੀਕਾ 'ਚ। ਹਾਂਜੀ, ਤਾਂ US ਵਿੱਚ ਇੱਕ ਚੀਜ਼ ਹੈ ਕਿ ਪੋਲਰਾਈਜੇਸ਼ਨ ਆਫ ਦ ਥਾਟਸ। ਜਿਹੜੀਆਂ ਸਾਡੀਆਂ ਥਾਟਸ ਨੇ ਨਾ, ਉਹ ਇੱਕ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਜਾਂ ਆਪਾਂ ਲੈਫਟਿਸਟ ਹੋ ਰਹੇ ਹਾਂ ਜਾਂ ਰਾਈਟਿਸਟ ਹੋ ਰਹੇ ਹਾਂ, ਜਾਂ ਆਪਾਂ ਇੱਕ ਚੀਜ਼ ਵੱਲ ਆਪਾਂ ਬਹੁਤ ਜ਼ਿਆਦਾ ਝੁਕਾਵ ਹੋ ਰਿਹਾ ਹੈ। ਮਤਲਬ ਵਿਚਲੀ ਵਿਚਾਰਧਾਰਾ ਹੌਲੀ ਖਤਮ ਹੁੰਦੀ ਜਾ ਰਹੀ ਹੈ। ਵਿਚਾਰਧਾਰਾ ਉਹ ਖਤਮ ਹੋ ਰਹੀ ਹੈ। ਉਹਦੀਆਂ ਰੀਜ਼ਨਸ ਤਾਂ ਚਲੋ ਬਹੁਤ ਡਿਫਰੈਂਟ ਹੋਣਗੀਆਂ। ਸ਼ਾਇਦ ਉਹਦੇ ਪਿੱਛੇ ਕਿਉਂ ਜਿਹੜੇ ਪੋਲੀਟੀਕਲ ਜਿਹੜੇ ਲੋਕ ਬਹੁਤ ਕੰਮ ਕਰ ਰਹੇ ਨੇ, ਜਾਂ ਜਿਹੜੀ ਕਾਰਪੋਰੇਟਸ ਨੇ ਉਹ ਕੰਮ ਕਰ ਰਹੇ ਨੇ, ਲੇਕਿਨ ਇਹ ਦੇਖਣ ਨੂੰ ਮਿਲ ਰਿਹਾ। ਹੁਣ ਇੱਥੇ ਵੀ ਸਭ ਤੋਂ ਵੱਡੀ ਗੱਲ ਇਹੀ ਹੈ, ਤੁਸੀਂ ਧਿਆਨ ਨਾਲ ਦੇਖੋ ਕਿ ਜਦ ਲਾਸਟ ਜਿਹੜੀ US ਇਲੈਕਸ਼ਨ ਜਿਹੜੀ ਵਿਨ ਕੀਤੀ ਗਈ ਸੀ ਰਿਪਬਲਿਕਨਸ ਨੇ, ਹਾਂਜੀ, ਸੋ ਉਹਦੇ ਵਿੱਚ ਟੋਟਲ ਜਿਹੜੇ ਉਹ ਰਾਈਟ ਜਿਹੜਾ ਫੈਕਟਰ ਸੀ ਉਹ ਕੰਮ ਕੀਤਾ ਗਿਆ ਸੀ। ਬਿਲਕੁਲ। ਮੇਕ ਅਮਰੀਕਾ ਗ੍ਰੇਟ ਅਗੇਨ ਦਾ ਜਿਹੜਾ ਨਾਰਾ, ਬਾਏ ਅਮਰੀਕਾ, ਯੈਸ ਬਾਏ ਅਮਰੀਕਾ, ਬੀ ਅਮਰੀਕਨ, ਇਹ ਸਾਰੇ ਜਿਹੜੇ ਨਾਰੇ ਸੀ, ਔਰ ਇੱਕ ਇਮੋਸ਼ਨਲ ਜਿਹੜੀ ਇੱਕ ਹਨੇਰੀ ਡੋਨਾਲਡ ਟਰੰਪ ਸਾਹਿਬ ਨੇ ਲਿਆਂਦੀ ਸੀ, ਉਹਦੇ ਬਹੁਤ ਜ਼ਿਆਦਾ ਉਸ ਚੀਜ਼ ਦਾ ਅਸਰ ਜਿਹੜਾ ਹੈ ਸਾਰੀ ਵਰਲਡ ਦੇ ਉੱਪਰ ਚੀਜ਼ ਹੋਇਆ ਹੈ। ਔਰ ਅੱਜ ਹੁਣ ਜਦ ਜੋ ਬਾਈਡਨ ਸਾਹਿਬ ਵਾਪਸ ਆਏ ਨੇ ਤਾਂ ਉਹ ਇੱਕ ਸੈਂਟਰਲ ਥਾਟ ਲੈ ਕੇ ਨਹੀਂ ਆਏ ਹੈ।
ਉਹਨਾਂ ਦੇ ਥਾਟ ਕਾਫੀ ਜ਼ਿਆਦਾ ਜਿਹਨੂੰ ਆਪਾਂ ਕਹਿ ਰਹੇ ਹਾਂ ਉਹ ਲੈਫਟਿਸਟ ਸਾਈਡ ਨੇ, ਉਹ ਲਿਬਰਲ ਥਾਟਸ ਨਹੀਂ ਮੈਨੂੰ ਇਹ ਲੱਗਦਾ ਕਿਤੇ ਵੀ। ਜਿਵੇਂ ਰਿਪਬਲਿਕਨਸ ਅੱਜ ਤੱਕ ਜਦ ਆਏ ਨੇ ਤਾਂ ਉਹ ਹਮੇਸ਼ਾ ਹੀ ਦੇ ਵਰ ਟਿਲਟਡ ਟੁਵਰਡਸ ਦ ਲੈਫਟ। ਹਾਂਜੀ। ਸੋ ਇਸ ਕਰਕੇ ਦੇਖਿਆ ਜਾ ਰਿਹਾ ਹੁਣ ਮੈਂ ਤੁਹਾਡੀ ਤੁਸੀਂ ਗੱਲ ਜਿਹੜੀ ਭੂਮਿਕਾ ਦੀ ਗੱਲ ਬੰਨੀ, ਮੈਂ ਤਾਂ ਇਹ ਗੱਲ ਕਹੀ ਸੀ ਕਿਉਂਕਿ ਟਰੰਪ ਸਾਹਿਬ ਜਦ ਜਿੱਤੇ ਉਹਨੇ ਕਿਹਾ ਇਮੀਗ੍ਰੇਸ਼ਨ ਨੂੰ ਬਿਲਕੁਲ ਬੰਦ ਕਰ ਦਾਂਗਾ, ਮੈਂ ਦੀਵਾਰ ਬਣਾ ਦਾਂਗਾ ਜੀ ਮੈਕਸੀਕੋ ਦੇ ਨਾਲ, ਜਿਹੜੇ ਵੀ ਏਲੀਅਨਸ ਨੇ ਮੈਂ ਉਹਨੂੰ ਵਾਪਸ ਭੇਜ ਦਾਂਗਾ। ਹਾਂਜੀ। ਔਰ ਇਸ ਤਰ੍ਹਾਂ ਕਈ ਬਹੁਤ ਹਿਸਟੋਰਿਕ ਜਿਹੜੇ ਮੁੱਦੇ ਜਿਹੜੇ ਲਾਜ਼ ਹੋਏ, ਜਿਹੜੇ ਡਿਸੀਜ਼ਨਸ ਹੋਏ ਕੋਰਟ ਨੇ ਦਿੱਤੇ, ਉਹ ਹਿਸਟੋਰਿਕ ਡਿਸੀਜ਼ਨ ਲਏ ਗਏ ਉਸ ਚੀਜ਼ ਦੇ। ਤਾਂ ਉਹ ਜਿਹੜੇ ਕਿ 11 ਮਿਲੀਅਨ ਲੋਕ ਉੱਥੇ ਏਲੀਅਨਸ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਬੈਠੇ ਨੇ, ਇਲੀਗਲ ਲੋਕ ਬੈਠੇ ਨੇ। ਸੋ ਉਹਨਾਂ ਦੇ ਜਿਹੜੀ ਸਾਰੀ ਲਾਈਫ ਸੀ ਉਹ ਸਾਰੀ ਬਿਲਕੁਲ ਜੈਪਰਡਾਈਜ਼ ਹੋ ਗਈ ਸੀ। ਹੁਣ ਜੋ ਬਿਦਨ ਸਾਹਿਬ ਬਿਲਕੁਲ ਉਹਦੇ ਉਲਟ ਲੈ ਕੇ ਚੱਲੇ ਹੋਏ ਨੇ। ਹਾਂਜੀ। ਹੁਣ ਉਹਨਾਂ ਦਾ ਇਹ ਕਹਿੰਦੇ ਨੇ ਕਿ ਸ਼ਾਇਦ ਇਹ ਉਹਨਾਂ ਦੇ ਆਫਿਸ ਵੱਲੋਂ ਜਿਹੜਾ ਵਿਚਾਰ ਪ੍ਰਗਟ ਕੀਤੇ ਗਏ ਨੇ, ਉਹਨਾਂ ਨੂੰ ਦੱਸਿਆ ਗਿਆ ਇਨਫੋਰਮੇਸ਼ਨ ਜੇ ਦਿੱਤੀ ਗਈ ਹੈ ਉਹ ਇਹ ਦਿੱਤੀ ਗਈ ਹੈ ਕਿ ਫਰਸਟ ਡੇ ਉਹ ਜਿਹੜਾ ਇਨਫੋਰਮੇਟਿਵ ਬਿੱਲ ਹੈ ਅਬਾਊਟ ਇਮੀਗ੍ਰੇਸ਼ਨ, ਉਹ ਉਹਨਾਂ ਨੂੰ ਲਾਂਚ ਕਰਨਗੇ ਜਾਂ ਉਹ ਆਪਣੀ ਜਨਤਾ ਦੇ ਸਾਹਮਣੇ ਰੱਖਣਗੇ। ਸੋ ਉਹ ਇੱਕ ਬਿਲਕੁਲ ਇਹ ਕਹਿ ਰਹੇ ਨੇ ਕਿ ਜਿੰਨੇ ਵੀ ਏਲੀਅਨਸ ਨੇ ਹੈ ਜਾਂ ਇਲੀਗਲ ਲੋਕ ਅਮਰੀਕਾ ਵਿੱਚ ਹੈ ਨੇ, ਸੋ ਉਹਨਾਂ ਨੂੰ ਉਹ 5 ਸਾਲ ਪਲੱਸ 3 ਸਾਲ ਦਾ ਇੱਕ ਪ੍ਰੋਗਰਾਮ ਬਣਾ ਕੇ ਦੇਣਗੇ ਕਿ ਉਹ 5 ਸਾਲ ਵਿੱਚ ਆਪਣੇ ਵਰਕ ਪਰਮਿਟ ਜਾਂ ਬਾਕੀ ਚੀਜ਼ਾਂ ਅਪਲਾਈ ਕਰ ਸਕਦੇ ਨੇ। ਔਰ ਉਸ ਤੋਂ ਬਾਅਦ ਜੇ ਉਹ ਸਾਰਾ ਕੁਝ ਸਹੀ ਰਹਿੰਦਾ 3 ਸਾਲ ਦੇ ਵਿੱਚ ਆਪਣਾ ਗ੍ਰੀਨ ਕਾਰਡ ਵੀ ਅਪਲਾਈ ਕਰ ਸਕਦੇ ਨੇ। ਸੋ ਇਸ ਤੋਂ ਪਹਿਲਾਂ ਇਹ ਸਿਰਫ ਰੋਨਾਲਡ ਰੀਗਨ ਦੇ ਟਾਈਮ ਜਦ ਐਮਨਿਸਟੀ ਸ਼ਾਇਦ 1980s ਦੇ ਵਿੱਚ ਆਈ ਸੀ, ਇਹ ਉਸ ਟਾਈਮ 3 ਮਿਲੀਅਨ ਲੋਕਾਂ ਨੂੰ ਇਹਦਾ ਫਾਇਦਾ ਹੋਇਆ ਸੀ, ਔਰ 3 ਮਿਲੀਅਨ ਲੋਕ। ਪਰ ਹੁਣ ਤਾਂ ਮੇਰੇ ਖਿਆਲ ਕਹਿ ਰਿਹਾ ਕਾਫੀ ਵੱਡੀ 11 ਮਿਲੀਅਨ ਲੋਕ ਨੇ ਜਿਹੜੇ ਅਨਡਾਕੂਮੈਂਟਡ ਨੇ। ਹਾਂਜੀ। ਸੋ ਉਸ ਟਾਈਮ ਉਹ 3 ਮਿਲੀਅਨ ਪੱਕੇ ਹੋ ਗਏ ਸੀ। ਹੁਣ ਵੀ ਇਸੇ ਤਰ੍ਹਾਂ ਦੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਵੀ ਹੋ ਸਕਦਾ ਵੀ ਸ਼ਾਇਦ ਉਹਦਾ ਸਿੱਧੀ ਐਮਨੈਸਟੀ ਤਾਂ ਨਾ ਦੇਣ, ਪਰ ਜਿਹੜੇ ਉਸ ਕ੍ਰਾਈਟੇਰੀਆ ਦੇ ਵਿੱਚ ਆਉਣਗੇ ਉਹਨਾਂ ਨੂੰ ਮੇਰੇ ਖਿਆਲ ਜਿਹੜਾ ਇਹ ਮੌਕਾ ਦਿੱਤਾ ਜਾਊਗਾ। ਬਿਲਕੁਲ। ਹੁਣ ਇਹਦੇ 'ਚ ਸਿਮਰਤ ਜੀ ਬਹੁਤ ਸਾਰੀਆਂ ਚੀਜ਼ਾਂ ਕੰਮ ਕਰਦੀਆਂ ਨੇ। ਆਪਾਂ ਦੇਖਿਆ ਜਾਵੇ ਹੁਣ ਇਹ ਇੱਕ ਪੋਲੀਟੀਕਲ ਮੁੱਦਾ ਜਿਹੜਾ ਹੈ ਹੌਲੀ ਹੌਲੀ ਇਹ ਇੱਕ ਇੰਡੀਵਿਜੂਅਲ ਇੱਕ ਸੋਚ ਇੱਕ ਆਈਡੀਓਲੋਜੀ ਦੇ ਤੌਰ ਨਾਲ ਕੰਮ ਕਰਨ ਲੱਗ ਜਾਂਦਾ ਹੈਗਾ। ਬਿਲਕੁਲ। ਹੁਣ ਇਹਦੇ ਪਿੱਛੇ ਕਿੰਨੇ ਮਿਡਲ ਈਸਟ ਕੰਮ ਕਰ ਰਹੇ ਨੇ ਜਾਂ ਯੂਰਪੀਅਨ ਦੇ ਬਹੁਤ ਸਾਰੇ ਇਹੋ ਜਿਹੇ ਕੰਟਰੀ ਹੈ ਨੇ ਯੂਰਪ ਦੇ ਜਿਹੜੇ ਇਹਦੇ ਵਿੱਚ ਇਹਨੂੰ ਕੰਮ ਕਰਨਗੇ, ਉਹਦੇ 'ਚ ਪ੍ਰਭਾਵ ਪਾਉਣਗੇ। ਖਾਸ ਕਰਕੇ ਮੈਕਸੀਕੋ ਉਹਦੇ ਜੋ ਜਿੰਨੀ ਵੀ ਸਾਊਥ ਅਮਰੀਕਨ ਕੰਟਰੀਜ਼ ਨੇ ਉਹ ਵੀ ਇਹਦੇ ਵਿੱਚ ਪ੍ਰਭਾਵ ਪਾਉਣਗੇ। ਉਹਨਾਂ ਦੀਆਂ ਗਵਰਨਮੈਂਟ ਜਿਹੜੀਆਂ ਪ੍ਰੋ ਇਮੀਗ੍ਰੇਸ਼ਨਸ ਹੈਗੀਆਂ ਨੇ ਉਹ ਇਹਨਾਂ 'ਚ ਕੋਸ਼ਿਸ਼ ਕਰਨਗੀਆਂ ਕਿ ਇਸ ਬਿੱਲ ਨੂੰ ਜਾਂ ਇਸ ਜਿਹੜੀ ਪ੍ਰੋਗਰਾਮ ਨੂੰ ਬਹੁਤ ਸਪੋਰਟ ਮਿਲੇ। ਮੇਰੇ ਖਿਆਲ ਦੋਨੇ ਤਰ੍ਹਾਂ ਦੀਆਂ ਜਿਹੜੀਆਂ ਤਾਕਤਾਂ ਕੰਮ ਕਰਨਗੀਆਂ। ਹੋ ਸਕਦਾ ਹੁਣ ਜਿਹੜੇ ਕਿਉਂਕਿ ਟਰੰਪ ਸਾਹਿਬ ਨੇ ਕਾਫੀ ਜਿਹੜੇ ਸਖਤ ਕਾਨੂੰਨ ਬਣਾਏ ਸੀ ਇਮੀਗ੍ਰੇਸ਼ਨ ਸੰਬੰਧੀ, ਹੋ ਸਕਦਾ ਜਿਹੜੇ ਰਿਪਬਲਿਕ ਨੇ ਉਹ ਵੀ ਇਹਦਾ ਵੱਡੇ ਪੱਧਰ ਤੇ ਵਿਰੋਧ ਕਰਨਾ ਵੀ ਜੋ ਬਾਈਡਨ ਕਰਨ ਜਾ ਰਹੇ ਨੇ ਉਹ ਪੂਰੀ ਤਰ੍ਹਾਂ ਠੀਕ ਨਹੀਂਗਾ। ਬਿਲਕੁਲ। ਇਹ ਚੀਜ਼ ਹਮੇਸ਼ਾ ਤੁਹਾਨੂੰ ਦੇਖਣ ਨੂੰ ਮਿਲੇਗੀ ਹੀ ਮਿਲੇਗੀ, ਕਿਉਂਕਿ ਹੁਣ ਉਹ ਇੱਕ ਚੀਜ਼ ਇਸ ਤਰ੍ਹਾਂ ਨਹੀਂ ਹੋਏਗੀ ਕਿ ਆਮ ਜਿਹੜੇ ਲੋਕ ਨੇ ਆਮ ਨਾਰਮਲ ਪੀਪਲ ਉਹ ਇਸ ਚੀਜ਼ ਨੂੰ ਕਿੱਦਾਂ ਲੈਂਦੇ ਨੇ। ਇਹ ਚੀਜ਼ ਦੇਖਣ ਦੀ ਯੋਗ ਹੈ ਇਸ ਟਾਈਮ। ਪਰ ਇੱਕ ਗੱਲ ਹੋਰ ਆਪਣੇ ਹਰਕੀਰਤ ਜੀ, ਜਦੋਂ ਇਸ ਤਰ੍ਹਾਂ ਦੀ ਜਦੋਂ ਗੱਲ ਹੁੰਦੀ ਹੈ ਨਾ ਵੀ ਇਮੀਗ੍ਰੇਸ਼ਨ ਦੀ ਖਾਸ ਕਰਕੇ ਹੁੰਦੀ ਆ ਵੀ ਗੱਲ ਵੀ ਪੱਕੇ ਹੋਣਾ, ਸੋ ਆਪਣੇ ਮੁਲਕਾਂ ਦੇ ਵਿੱਚ ਖਾਸ ਕਰਕੇ ਇੰਡੀਆ ਪਾਕਿਸਤਾਨ ਦੇ ਬੜੀ ਖੁਸ਼ੀ ਦੀ ਲਹਿਰ ਦੌੜ ਜਾਂਦੀ ਆ, ਕਿਉਂਕਿ ਆਪਣੇ ਦੇਸ਼ਾਂ ਤੋਂ ਵੀ ਬਹੁਤ ਸਾਰੇ ਲੋਕ ਇਸ ਤਰ੍ਹਾਂ ਇੱਥੇ ਆਏ ਹੋਏ ਨੇ ਜਿਹੜੇ ਕਿ ਇਹ ਉਮੀਦ ਵਿੱਚ ਬੈਠੇ ਨੇ ਵੀ ਸਾਨੂੰ ਕਦੋਂ ਮੌਕਾ ਮਿਲੇਗਾ ਪੱਕੇ ਹੋਣ ਦਾ। ਸੋ ਮੇਰੇ ਖਿਆਲ ਉਹਨਾਂ ਦਾ ਵੀ ਇਸ ਦੇ ਵਿੱਚ ਜਿਹੜਾ ਨੰਬਰ ਲੱਗ ਸਕਦਾ। ਬਿਲਕੁਲ ਨੰਬਰ ਵੀ ਲੱਗੇਗਾ, ਔਰ ਉਹਨਾਂ ਦੀ ਜਿਹੜੇ ਉੱਥੇ ਦਾ ਪੋਲੀਟੀਕਲ ਸਿਸਟਮ ਹੈ ਜਾਂ ਇਸ ਟਾਈਮ ਜਿਹੜੇ ਪੋਲੀਟੀਕਲ ਇਨਫਲੂਐਂਸ ਲੋਕ ਹੈ ਨੇ ਉਹਦੇ 'ਚ ਵੀ ਪਾਰਟੀਸਪੇਟ ਕਰਨਗੇ ਔਰ 'ਚ ਰੋਲ ਅਦਾ ਕਰਨਗੇ ਇਸ ਚੀਜ਼ ਦੇ ਵਿੱਚ। ਕਿਉਂਕਿ ਜਦ ਤੁਸੀਂ ਦੇਖਿਆ ਹੋਣਾ ਕਿ ਜਦ ਟਰੰਪ ਸਾਹਿਬ ਸੀ ਤਾਂ ਇੰਡੀਆ ਤੋਂ ਮੋਦੀ ਸਾਹਿਬ ਆਏ ਤਾਂ ਉਹਨਾਂ ਦੀ ਬਹੁਤ ਜੈ ਜੈਕਾਰ ਹੋਈ, ਉਹਨਾਂ ਨੂੰ ਬਹੁਤ ਜ਼ਿਆਦਾ ਸਵਾਗਤ ਕੀਤਾ ਗਿਆ। ਫਿਰ ਟਰੰਪ ਸਾਹਿਬ ਜਦ ਇੰਡੀਆ ਗਏ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਭਰਵਾਂ ਹੁੰਗਾਰਾ ਮਿਲਿਆ ਤਾਂ ਮੋਦੀ ਗਵਰਨਮੈਂਟ ਨੇ ਉਹਨੂੰ ਪੂਰਾ ਸਪੋਰਟ ਕੀਤਾ। ਉਹ ਮੋਦੀ ਸਾਹਿਬ ਜਿਹੜੇ ਕਿ ਤੁਸੀਂ ਦੇਖਿਆ ਹੋਣਾ ਕਿ ਉਹਨਾਂ ਦਾ ਸ਼ੋਅ ਕੀਤਾ ਗਿਆ ਸੀ ਇੱਕ US ਦੇ ਵਿੱਚ, ਜਿਹਨੂੰ ਬਹੁਤ ਵੱਡੇ ਤੌਰ ਦੇ ਉੱਪਰ ਉਹਨੂੰ ਪ੍ਰਸਾਰਿਤ ਕੀਤਾ ਗਿਆ ਸੀ, ਬ੍ਰੌਡਕਾਸਟ ਕੀਤਾ ਗਿਆ ਸੀ। ਉਹਨਾਂ ਦੀ ਬਹੁਤ ਜ਼ਿਆਦਾ ਉਹਨਾਂ ਨੂੰ ਉੱਥੇ ਉਸ ਬਹੁਤ ਪਬਲਿਸਿਟੀ ਮਿਲੀ ਸੀ, ਬਹੁਤ ਮਾਈਲੇਜ ਲਈ ਸੀ ਉਹਨੇ ਉਸ ਚੀਜ਼ ਦੇ ਉੱਪਰ। ਬਿਲਕੁਲ। ਸੋ ਇਸ ਤਰ੍ਹਾਂ ਹੀ ਉਹਦੇ ਵਿੱਚ ਕੀ ਹੋਇਆ ਵੀ ਜਿੰਨੇ ਵੀ ਆਪਣੇ ਕਾਫੀ ਇੰਡੀਅਨਸ ਜਿਹੜੇ ਹੈ ਸੀ ਜਿਹੜੇ ਕਿ ਰਿਚ ਆਪਾਂ ਵੈਸਟਰਨ ਇੰਡੀਅਨਸ ਨੇ ਉਹਨਾਂ ਨੂੰ ਉੱਥੇ ਬਹੁਤ ਜ਼ਿਆਦਾ ਉਹਨਾਂ ਦੇ ਬਿਜ਼ਨੈਸਿਸ ਨੂੰ ਹੋਰ ਚੀਜ਼ ਨੂੰ ਬਹੁਤ ਫਾਇਦਾ ਹੋਇਆ ਸੀ। ਬਿਲਕੁਲ। ਸੋ ਉਹਨਾਂ ਨੇ ਇੱਕ ਵਾਈਟਲ ਰੋਲ ਪਲੇ ਕੀਤਾ ਸੀ ਇਮੀਗ੍ਰੇਸ਼ਨ ਪਲੱਸ ਜਿਹੜੀ ਆਪਣਾ ਟਰੰਪ ਸਾਹਿਬ ਨੂੰ ਜਿਤਾਉਣ ਦੇ ਵਿੱਚ।
ਸੋ ਉਹਨੂੰ ਪੂਰੀ ਸਪੋਰਟ ਉਹਨਾਂ ਦੇ ਨਾਲ ਸੀ। ਹੁਣ ਬਹੁਤ ਸਾਰੇ ਇਹੋ ਜਿਹੇ ਸੈਕਟ ਹੋਣਗੇ, ਇਹੋ ਜਿਹੇ ਗਰੁੱਪ ਹੋਣਗੇ ਜਿਹੜੇ ਕਿ ਜੋ ਬਾਈਡਨ ਸਾਹਿਬ ਨੂੰ ਸਪੋਰਟ ਕਰ ਰਹੇ ਹੋਣਗੇ। ਸੋ ਉਹ ਜਿਹੜੀਆਂ ਐਥਨਿਕ ਕਮਿਊਨਿਟੀਜ਼ ਨੇ ਉਹਨਾਂ ਨੂੰ ਵੀ ਹੁਣ ਇੱਕ ਮੌਕਾ ਜਿਹਨੂੰ ਆਪਾਂ ਕਹਿੰਦੇ ਮਿਲ ਰਿਹਾ ਕਿ ਉਹ ਆਪਣੀ ਤਾਕਤ ਨੂੰ ਦਿਖਾਉਣ। ਸੋ ਇਹ ਸਾਰਾ ਕੁਝ ਮੇਰੇ ਹਿਸਾਬ ਨਾਲ ਜੇ ਮੈਂ ਥੋੜ੍ਹਾ ਜਿਹਾ ਇਸ ਚੀਜ਼ ਨੂੰ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰਾਂ ਕਿ ਜਿਹੜੀਆਂ ਥਰਡ ਵਰਲਡ ਕੰਟਰੀਜ਼ ਜਿਹੜੀਆਂ ਹੈ ਨੇ ਜਾਂ ਜੋ ਉੱਥੋਂ ਹੋ ਰਿਹਾ, ਉਹੀ ਚੀਜ਼ ਅਮਰੀਕਾ ਵਿੱਚ ਕਿਤੇ ਨਾ ਕਿਤੇ ਆਪਣੇ ਪੈਰ ਪਸਾਰ ਰਹੀ ਹੈ। ਉਹੀ ਜਿਹੜੀ ਪੋਲਰਾਈਜੇਸ਼ਨ ਹੈ, ਉਹੀ ਜਿਹੜੇ ਐਥਨਿਕ ਕਮਿਊਨਿਟੀਜ਼ ਦੇ ਜਾਂ ਸੈਕਟਸ ਦੀ ਸਪੋਰਟ ਲੈ ਕੇ ਜਿਹੜਾ ਆਪਾਂ ਕਰ ਰਹੇ ਹਾਂ, ਸੋ ਉਹ ਚੀਜ਼ ਫਿਰ ਉੱਥੇ ਵੀ ਹੋ ਰਹੀ ਹੈ ਜਿਹੜੀ ਕਿ ਮੇਰੇ ਹਿਸਾਬ ਨਾਲ ਇਹ ਆਉਣ ਵਾਲੇ ਟਾਈਮ ਵਾਸਤੇ ਅਮਰੀਕਾ ਵਾਸਤੇ ਬਹੁਤ ਹੀ ਵਧੀਆ ਸਾਬਿਤ ਨਹੀਂ ਹੋਏਗੀ। ਇੱਕ ਗੱਲ ਹੋਰ ਹਰਕੀਰਤ ਜੀ, ਤੁਸੀਂ ਜਿਵੇਂ ਹੁਣ ਗੱਲ ਕੀਤੀ ਪੋਲਰਾਈਜੇਸ਼ਨ ਦੀ, ਮੇਰੇ ਖਿਆਲ ਕਿਉਂਕਿ ਜਿੰਨੇ ਵੀ ਇਮੀਗ੍ਰੇਸ਼ਨ ਹੋ ਰਹੀ ਆ ਉਹ ਤਕਰੀਬਨ ਥਰਡ ਵਰਲਡ ਕੰਟਰੀਜ਼ ਤੋਂ ਹੋ ਰਹੀ ਹੈ। ਜੇ ਆਪਾਂ ਅਮਰੀਕਾ ਦੀ ਗੱਲ ਕਰੀਏ, ਕੈਨੇਡਾ ਦੀ ਗੱਲ ਕਰੀਏ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਸੋ ਥਰਡ ਵਰਲਡ ਕੰਟਰੀ ਤੋਂ ਜ਼ਿਆਦਾ ਜਿਹੜੇ ਲੋਕ ਇਹਨਾਂ ਮੁਲਕਾਂ ਦੇ ਵਿੱਚ ਆਏ ਨੇ। ਸੋ ਕਿਉਂਕਿ ਇਹਨਾਂ ਦੇਸ਼ਾਂ ਦੀ ਲੋੜ ਵੀ ਹੈ, ਜ਼ਰੂਰਤ ਵੀ ਹੈ। ਸੋ ਮੇਰਾ ਖਿਆਲ ਇਹ ਜਿਹੜੀਆਂ ਕਮਿਊਨਿਟੀਜ਼ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਰੋਲ ਅਦਾ ਕਰਨਗੀਆਂ। ਦੇਖੋ ਜੀ ਸਮਰ ਸਾਹਿਬ, ਇੱਕ ਚੀਜ਼ ਤੁਸੀਂ ਇਹ ਧਿਆਨ ਨਾਲ ਦੇਖੋਗੇ ਕਿ ਜੋ ਪੋਲੀਟੀਕਲ ਸਿਸਟਮ ਪਹਿਲਾਂ ਇਸ ਕੰਟਰੀਜ਼ ਇਹਨਾਂ ਵਿੱਚ ਚੱਲ ਰਿਹਾ ਸੀ, ਨਾਰਥ ਅਮਰੀਕਾ ਦੀ, ਯੂਰਪ ਦੇ ਵਿੱਚ ਕਿਤੇ ਵੀ, ਸੋ ਉਹਦਾ ਬਹੁਤ ਵੱਡਾ ਪ੍ਰਭਾਵ ਇਮੀਗ੍ਰੇਸ਼ਨ ਨੇ ਪਾਇਆ ਹੈ ਪਿਛਲੇ, ਖਾਸ ਕਰ ਇਸ ਦਹਾਕੇ ਦੇ ਵਿੱਚ, ਪਿਛਲੇ 10 ਸਾਲਾਂ ਦੇ ਵਿੱਚ, 12 ਸਾਲਾਂ ਦੇ ਵਿੱਚ, 2005 ਤੋਂ ਬਾਅਦ ਦੀ ਆਪਾਂ ਗੱਲ ਕਰੀਏ ਤਾਂ। ਸੋ ਇਹਦੇ ਵਿੱਚ ਇਹ ਹੋਏਗਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਜਿਹੜੇ ਵੀ ਇਮੀਗ੍ਰੈਂਟਸ ਆ ਰਹੇ ਨੇ, ਹਾਂਜੀ, ਉਹ ਬੈਟਰ ਫਿਊਚਰ ਵਾਸਤੇ ਆ ਰਹੇ ਨੇ ਇਸ ਜਗ੍ਹਾ ਜਾ ਕੇ। ਬਟ ਧਿਆਨ ਨਾਲ ਦੇਖਿਆ ਜਾਵੇ ਤਾਂ ਜਿਹੜੀ ਉਹ ਕੰਟਰੀ ਹੈ ਨੇ, ਉਹਨਾਂ ਕੋਲ ਸਾਰੇ ਰਿਸੋਰਸਿਸ ਵੀ ਹੈ ਨੇ, ਉਹ ਬਹੁਤ, ਉਹਨਾਂ ਕੋਲ ਜਿਹੜਾ ਵੈਦਰ ਹੈ ਉਹ ਬਹੁਤ ਜ਼ਿਆਦਾ ਢੁਕਵਾਂ ਵੈਦਰ ਹੈ ਇੱਕ ਆਮ ਪੋਪੂਲੇਸ਼ਨ ਵਾਸਤੇ। ਲੇਕਿਨ ਜੋ ਮੇਨ ਚੀਜ਼ ਹੈ, ਜਿਹੜੀਆਂ ਉੱਥੇ ਦੀਆਂ ਗਵਰਨਮੈਂਟਸ ਨੇ, ਉਹ ਕਿਤੇ ਨਾ ਕਿਤੇ ਉਸ ਚੀਜ਼ ਨੂੰ ਸੰਭਾਲ ਨਹੀਂ ਪਾ ਰਹੀਆਂ ਹੈਗੀਆਂ। ਜੋ ਬ੍ਰੇਨ ਡਰੇਨ ਦੀ ਜੋ ਸ਼ੁਰੂ ਹੋਇਆ ਸੀ ਕਿਸੇ ਜ਼ਮਾਨੇ ਦੇ ਵਿੱਚ, ਉਹ ਅੱਜ ਇਸ ਤੇ ਕੋਈ ਗੱਲ ਨਹੀਂ ਕਰ ਰਿਹਾ ਹੈ ਕਿ ਜਿਹੜਾ ਬ੍ਰੇਨ ਡਰੇਨ ਹੈ ਉਹ ਹੋ ਰਿਹਾ, ਕਿਵੇਂ ਉਹਨੂੰ ਕਿਵੇਂ ਰੋਕਣਾ ਹੈ। ਜੇ ਉਹ ਕੰਟਰੀ ਦੇ ਵਿੱਚ ਤੁਹਾਨੂੰ ਪੂਰਾ ਮੌਕਾ ਦਿੱਤਾ ਜਾਂਦਾ ਹੈਗਾ, ਤੁਹਾਨੂੰ ਪੂਰੀਆਂ ਫੈਸਿਲਿਟੀਜ਼ ਦਿੱਤੀਆਂ ਜਾਣ, ਤਾਂ ਮੈਨੂੰ ਨਹੀਂ ਲੱਗਦਾ ਕੋਈ ਵੀ ਉਸ ਕੰਟਰੀਜ਼ ਤੋਂ ਆ ਕੇ ਇਨ ਕੰਟਰੀ ਵਿੱਚ ਵਸਣਾ ਚਾਹੇਗਾ ਔਰ ਜਿਹੜੀ ਆਪਣੀ ਯੋਗਤਾ ਹੈ, ਆਪਣੀ ਜਿਹੜੀ ਜੋ ਉਹਨਾਂ ਦੀ ਨੌਲੇਜ ਹੈ, ਉਸ ਚੀਜ਼ ਨੂੰ ਇੱਥੇ ਆ ਕੇ ਇੰਟਰੋਡਿਊਸ ਕਰਾ ਕੇ ਉਹਨੂੰ ਬੈਸਟ ਰਿਜ਼ਲਟ ਦੇਣਾ। ਅੱਛਾ ਹਰਕੀਰਤ ਜੀ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ, ਉਸ ਤੋਂ ਬਾਅਦ ਫਿਰ ਥੋੜੀ ਚਰਚਾ ਇਸੇ ਤਰ੍ਹਾਂ ਇਹਨੂੰ ਜਾਰੀ ਰੱਖਾਂਗੇ। ਇੱਕ ਛੋਟੀ ਜਿਹੀ ਬ੍ਰੇਕ, ਉਸ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਤੁਸੀਂ ਦੇਖ ਰਹੇ ਹੋ ਸਟਾਰ ਟਾਕ, ਮੈਂ ਸਿਮਰਤ ਗਰੇਵਾਲ ਤੇ ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਹਰਕੀਰਤ ਜੀ, ਤੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਈਡਨ ਬਾਰੇ। ਅੱਛਾ ਹਰਕੀਰਤ ਜੀ, ਤੁਸੀਂ ਗੱਲ ਕਰ ਰਹੇ ਸੀਗੇ ਬ੍ਰੇਕ ਤੋਂ ਪਹਿਲਾਂ ਜਿਹੜਾ ਬ੍ਰੇਨ ਡਰੇਨ ਹੋ ਰਿਹਾ, ਹਾਂਜੀ, ਸੋ ਇਸ ਤਰ੍ਹਾਂ ਦੀ ਚੀਜ਼ ਇੱਥੋਂ ਵੀ ਦੇਖਣ ਨੂੰ ਮਿਲ ਰਹੀ ਹੈ। ਜੇ ਆਪਾਂ ਦੇਖੀਏ ਤਾਂ ਕੈਨੇਡਾ ਦਾ ਜਿਹੜਾ ਪ੍ਰੋਫੈਸ਼ਨਲ ਨੇ, ਉਹ ਵੀ ਕਾਫੀ ਗਿਣਤੀ ਦੇ ਵਿੱਚ ਜਿਹੜੇ ਅਮਰੀਕਾ ਜਾ ਕੇ ਸੈਟਲ ਹੁੰਦੇ ਨੇ। ਬਿਲਕੁਲ ਜੀ, ਦੇਖੋ ਚਾਹੇ ਆਪਾਂ ਗੱਲ ਕਰੀਏ ਅਮਰੀਕਾ ਨੂੰ, ਜਿਸ ਤਰ੍ਹਾਂ ਮਰਜ਼ੀ ਆਪਾਂ ਗੱਲ ਕਰੀਏ, ਲੈਂਡ ਆਫ ਓਪਰਚੁਨਿਟੀਜ਼ ਹੈ ਜੀ। ਬੰਦਾ ਹਰ ਇੱਕ ਆਮ ਇਨਸਾਨ ਜਿਹੜਾ ਸੋਚਦਾ ਕਿ ਮੈਂ ਬਹੁਤਾ ਪੜ੍ਹ ਲਿਖ ਜਾਵਾਂ, ਮੈਂ ਸਾਰਾ ਕੁਝ ਆਹ ਚੀਜ਼ਾਂ ਬੈਸਟ ਆਫ ਦਾ ਕਲੋਥਸ ਪਾਵਾਂ, ਬੈਸਟ ਆਫ ਦਾ ਕਾਰਸ ਬਾਏ ਕਰਾਂ, ਲੇਕਿਨ ਰਹਾਂ ਜਾ ਕੇ ਅਮਰੀਕਾ ਦੇ ਵਿੱਚ। ਹਾਂਜੀ, ਸੋ ਉਹ ਜੋ ਅਮਰੀਕਾ ਦਾ ਜੋ ਅਟਰੈਕਸ਼ਨ ਹੈ, ਜੋ ਉਹ ਮੈਗਨੇਟਿਜ਼ਮ ਹੈ, ਉਹ ਬਹੁਤ ਵੱਡਾ ਹੈ। ਅਮਰੀਕਨ ਡ੍ਰੀਮ ਆਪਣੇ ਉਹਦੇ ਵਿੱਚ ਬਹੁਤ ਵੱਡੀ ਚੀਜ਼ ਹੈ ਉਹ। ਸੋ ਆਪਾਂ ਸਮਝੀਏ ਇਸ ਸਪੈਸ਼ਲੀ ਇਸ ਪ੍ਰੋਗਰਾਮ ਜਿਹੜਾ ਹੈ, ਇਹ ਤਾਂ ਆਪਾਂ ਇੱਕ ਅਲੱਗ ਸੈਗਮੈਂਟ ਕਰਨਾ ਚਾਹਾਂਗਾ ਮੈਂ ਆਉਣ ਵਾਲੇ ਕਿਸੇ ਵੀ ਟਾਈਮ ਦੇ ਵਿੱਚ, ਕਿ ਵਾਈ ਇਜ਼ ਅਮਰੀਕਾ ਸੋ ਬਿਗ, ਕਿਉਂ ਲੈਂਡ ਆਫ ਓਪਰਚੁਨਿਟੀ ਉਹਨੂੰ ਕਹਿੰਦੇ ਨੇ, ਕਿਉਂ ਹਰ ਬੰਦੇ ਦੀ ਵਰਲਡ ਓਵਰ, ਚਾਹੇ ਯੂਰਪ ਤੋਂ ਹੈ, ਚਾਹੇ ਉਹ ਸਾਊਥ ਏਸ਼ੀਆ ਤੋਂ ਹੈ, ਚਾਹੇ ਉਹ ਫਿਲੀਪੀਨਸ, US, ਆਪਣਾ ਜਾਪਾਨ ਤੋਂ ਆ, ਕਿਉਂ ਅਮਰੀਕਾ ਆ ਕੇ ਰਹਿਣਾ ਚਾਹੁੰਦੇ ਨੇ ਉਹ। ਸੋ ਇਹਦੇ ਇੱਕ ਬਹੁਤ ਵੱਡਾ ਇੱਕ ਪੂਰਾ ਪ੍ਰੋਗਰਾਮ ਆਪਾਂ ਕਰਾਂਗੇ, ਜਿਹਦੇ ਵਿੱਚ ਆਪਾਂ ਦੇਖਾਂਗੇ ਕਿ ਆਪਾਂ ਨੂੰ ਕੀ ਸਿੱਖਣਾ ਚਾਹੀਦਾ ਉਹਨਾਂ ਤੋਂ, ਕਿ ਕਿਉਂ ਉਹ ਇਹ ਕਹਿੰਦੇ ਨੇ ਕਿ ਠੀਕ ਹੈ ਅਮਰੀਕਾ ਇਜ਼ ਦਾ ਬੈਸਟ, ਕਿਉਂ ਉਹ ਕਹਿੰਦੇ ਨੇ, ਕਿਉਂਕਿ ਹਰੇਕ ਦੀ ਮਨਸ਼ਾ ਹੁੰਦੀ ਵੀ ਮੈਂ ਅਮਰੀਕਾ ਜਾਵਾਂ। ਕਿਉਂ ਸਾਡੇ ਆਪਾਂ ਜੇ ਆਪਾਂ ਗੱਲ ਕਰੀਏ ਇੰਡੀਆ ਜਾਂ ਪਾਕਿਸਤਾਨ ਜਾਂ ਹੋਰ ਯੂਰਪ ਦੇ, ਕਿਉਂਕਿ ਬੈਸਟ ਉੱਥੇ ਯੂਨੀਵਰਸਿਟੀਜ਼ ਨਹੀਂ ਹੈਗੀਆਂ, ਬੈਸਟ ਉੱਥੇ ਮੈਨੇਜਮੈਂਟ ਇੰਸਟੀਟਿਊਟਸ ਨਹੀਂ ਹੈਗੀਆਂ, ਉੱਥੇ IITs ਨੇ, ਕਿਉਂ ਫਿਰ ਵੀ IITians ਦੇ ਵਾਂਟ ਟੂ ਵਰਕ ਇਨ ਅਮਰੀਕਾ ਰੈਦਰ ਦੈਨ ਦੇ ਵਰਕ ਇਨ ਇੰਡੀਆ, ਉਸ ਚੀਜ਼ ਦੇ ਵਿੱਚ ਉਹ।
ਬਿਲਕੁਲ। ਸੋ ਲੇਕਿਨ ਆਪਾਂ ਇਹ ਗੱਲ ਕਰ ਰਹੇ ਹਾਂ ਕਿ ਜੋ ਬਾਈਡਨ ਸਾਹਿਬ ਦੀ ਜੋ ਇਹ ਕਰਨਗੇ, ਸੋ ਇਹਦਾ ਆਉਣ ਵਾਲੇ ਟਾਈਮ ਵਿੱਚ ਬਹੁਤ ਵੱਡਾ ਇੰਪੈਕਟ ਪੈਣ ਵਾਲਾ ਹੈ। ਬਿਲਕੁਲ। ਔਰ ਜੋ ਬਾਈਡਨ ਸਾਹਿਬ ਇਹ ਕਰਨਗੇ ਕਿ ਪਹਿਲੇ ਸਾਲ ਵਿੱਚ ਹੀ ਜੋ ਉਹਨਾਂ ਦੇ ਪੱਤੇ ਨੇ ਉਹ ਸਾਰੇ ਕੱਢਣ ਦੀ ਕੋਸ਼ਿਸ਼ ਕਰਨਗੇ। ਉਹ ਵੇਟ ਨਹੀਂ ਕਰਨਗੇ ਕਿ ਉਹ ਐਂਡ ਤੱਕ ਵੇਟ ਕਰਨ ਕਿ ਆਪਣੇ ਟਰਮ ਦੇ ਤੀਜੇ ਚੌਥੇ ਸਾਲ ਤੱਕ ਉਸ ਚੀਜ਼ ਨੂੰ ਵੇਟ ਕਰਨ। ਜਿਹੜਾ ਇਮੀਗ੍ਰੇਸ਼ਨ ਦਾ ਬਹੁਤ ਵੱਡਾ ਜਿਹੜਾ ਮਸਲਾ ਹੈ, ਜਾਂ ਆਰਮਸ ਦੀ ਡੀਲਸ ਦੇ ਜਿਹੜੇ ਵੀ ਉਹ ਗੱਲ ਕਰ ਰਹੇ ਨੇ, ਜਾਂ ਜਿਹੜੇ ਉਹਨਾਂ ਦੀ ਪਾਲਿਸੀ ਹੈ, ਖਾਸ ਕਰਕੇ ਮਿਡਲ ਈਸਟ ਦੀ ਪਾਲਿਸੀ ਹੈ, ਇਰਾਕ ਦੀ ਪਾਲਿਸੀ ਹੈ, ਜਾਂ ਤਾਲਿਬਾਨ ਦੇ ਰਿਲੇਟਡ ਜਿਹੜੀ ਵੀ ਚੀਜ਼ ਹੈ ਨੇ, ਸੀਰੀਆ ਦੇ ਵਿੱਚ ਜੋ ਕੁਝ ਹੋ ਰਿਹਾ, ਜਿਵੇਂ ਹੁਣ ਅਪ੍ਰੈਲ ਤੱਕ ਉਹ ਅਫਗਾਨਿਸਤਾਨ ਤੋਂ ਵਾਪਸ ਬੁਲਾ ਰਹੇ ਨੇ। ਸੋ ਇਹ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ, ਔਰ ਟਾਈਮ ਟੂ ਟਾਈਮ ਆਪਾਂ ਇਹ ਗੱਲ ਕਰਦੇ ਰਹਾਂਗੇ ਕਿ ਜੋ ਬਾਈਡਨ ਸਾਹਿਬ ਦੀ ਜਿਹੜੀਆਂ ਪਾਲਿਸੀਜ਼ ਨੇ ਉਹ ਕਿਵੇਂ ਵਰਕ ਕਰਨਗੀਆਂ, ਜਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਹੈ। ਹਰਕੀਰਤ ਜੀ, ਆਪਾਂ ਥੋੜ੍ਹੀ ਜਿਹੀ ਗੱਲ ਕਰਾਂਗੇ ਜਿਹੜੀ ਨਵਦੀਪ ਬੈਂਸ ਹੋਰਾਂ ਨੇ ਅਸਤੀਫਾ ਦੇ, ਉਸ ਤੋਂ ਪਹਿਲਾਂ ਮੈਂ ਨਾਲ ਇਹ ਵੀ ਜੋੜ ਦੇਵਾਂ ਵੀ ਜੋ ਬਾਈਡਨ ਦੇ ਆਉਣ ਦੇ ਨਾਲ ਜਿਹੜਾ ਵੱਡਾ ਅਸਰ ਪੈਣਾ ਕੈਨੇਡਾ ਦੇ ਵਿੱਚ, ਉਹ ਜਿਹੜੀ ਕੀ ਸਟੋਨ ਪਾਈਪਲਾਈਨ ਹੈ ਉਹ ਰੱਦ ਹੋ ਜਾਣੀ ਹੈ। ਭਾਵੇਂ ਕਿ ਹਜੇ ਜਸਟਿਨ ਟਰੂਡੋ ਉਹਨਾਂ ਨੇ ਕੋਈ ਵੱਡਾ ਇਹਦੇ ਤੇ ਬਿਆਨ ਨਹੀਂ ਦਿੱਤਾ, ਪਰ ਜਿਹੜੇ ਅਲਬਰਟਾ ਦੇ ਪ੍ਰੀਮੀਅਰ ਨੇ ਜੇਸਨ ਕੈਨੀ, ਉਹ ਲਗਾਤਾਰ ਕਹਿ ਰਹੇ ਨੇ ਵੀ ਇਹ ਜਿਹੜਾ ਅਮਰੀਕਨ ਐਡਮਿਨਿਸਟ੍ਰੇਸ਼ਨ ਇਹ ਗਲਤ ਕਰ ਰਹੀ ਹੈ। ਜੇ ਇਹਨਾਂ ਨੇ ਇਹ ਰੱਦ ਕਰ ਦਿੱਤੀ ਤਾਂ ਹੋ ਸਕਦਾ ਵੀ ਅਸੀਂ ਜਿਹੜਾ ਇਹਦਾ ਲੀਗਲ ਪ੍ਰੋਸਪੈਕਟ ਵੀ ਦੇਖੀਏ, ਇਹਨੂੰ ਚਾਲੂ ਰੱਖੀਏ। ਸਿਮਰ ਜੀ, ਗੱਲ ਇਹ ਹੈ ਕਿ ਦੇਖੋ, ਇਹ ਇੱਕ ਇਕੱਲਾ ਸਿਰਫ ਆਪਾਂ ਇੱਥੇ ਨਹੀਂ ਖੜ ਜਾਂਦੇ ਹੈਗੇ ਕਿ ਉਹਨਾਂ ਦੀਆਂ ਜਿਹੜੀ ਪਾਲਿਸੀਜ਼, ਖਾਸ ਕਰ ਇਮੀਗ੍ਰੇਸ਼ਨ ਦੋਨੇ ਪਾਲਿਸੀਜ਼ ਦੇ ਵਿੱਚ, ਨੈਫਟਾ ਜਿਹੜੀ ਕਿ ਬਹੁਤ ਪਿੱਛੇ ਚਰਚਾ ਵਿੱਚ ਹੈ ਸੀ, ਤੇ ਇੱਕ ਵਾਰ ਹੋਰ ਕਿ ਜਿਹੜੀ ਮੈਕਸੀਕੋ, ਸਾਊਥ ਅਮਰੀਕਾ ਤੋਂ ਇਮੀਗ੍ਰੇਸ਼ਨ ਹੋਣੀ ਹੈ ਕੈਨੇਡਾ ਦੇ ਵਿੱਚ, ਕੈਨੇਡਾ ਦੇ ਵਰਕਰਸ ਜਿਹੜੇ ਹੋਣਗੇ, ਆਪਾਂ ਨੂੰ ਵਰਕਰ ਚਾਹੀਦੇ ਨੇ, ਕਿਉਂਕਿ ਕੈਨੇਡਾ ਇਜ਼ ਅ ਬਿਗ ਇਮੀਗ੍ਰੇਸ਼ਨ ਸਪੋਰਟਿਵ ਕੰਟਰੀ। ਸੋ ਔਰ ਖਾਸ ਕਰਕੇ ਟਰੂਡੋ ਸਾਹਿਬ ਤਾਂ ਇਸ ਚੀਜ਼ ਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਕਿ ਜਿੰਨੇ ਵੀ ਹੁਣ ਵਰਕਰਸ ਨੂੰ ਅਸੀਂ ਬਾਹਰੋਂ ਬੁਲਾਈਏ। ਸੋ ਇਮੀਗ੍ਰੇਸ਼ਨ ਵਿਲ ਬੀ ਅ ਵੈਰੀ ਡਿਸਕਸ ਟੌਪਿਕ ਇਨ ਕਮਿੰਗ ਵੀਕਸ, ਤੁਸੀਂ ਦੇਖ ਲੈਣਾ ਹੈਗਾ, ਖਾਸ ਕਰਕੇ ਕੈਨੇਡਾ ਵਾਸਤੇ। ਸੋ ਇਹਦੇ 'ਤੇ ਆਪਾਂ ਜ਼ਰੂਰ ਗੱਲ ਕਰਨੀ ਚਾਹਾਂਗੇ ਕਿ ਕੈਨੇਡਾ ਵਿੱਚ ਇਮੀਗ੍ਰੇਸ਼ਨ ਵਾਈਟਲ ਰੋਲ ਪਲੇ ਹੋਊਗਾ, ਔਰ ਖਾਸ ਕਰਕੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਪਾਈਪਲਾਈਨ ਦੀ, ਉਹਦੇ ਵਿੱਚ ਵੀ ਬਹੁਤ ਵਾਈਟਲ ਰੋਲ ਪਲੇ ਹੋਏਗਾ ਰਿਲੇਸ਼ਨਸ ਬਿਟਵੀਨ ਕੈਨੇਡਾ ਐਂਡ US ਦੇ ਵਿੱਚ ਵਾਸਤੇ, ਕਿਉਂਕਿ ਇਹਨਾਂ ਦੋਨਾਂ ਜਿਹੜੇ ਇਸ਼ੂਜ਼ ਨੇ ਕਾਫੀ ਚਰਚਾ ਦੇ ਵਿੱਚ ਰਹਿਣਗੇ ਆਉਣ ਵਾਲੇ ਸਮੇਂ ਦੇ ਵਿੱਚ। ਦੋਨੇ ਸੈਂਸਿਟਿਵ ਨੇ ਦੋਨੇ ਕੰਟਰੀ ਵਾਸਤੇ। ਹਾਂਜੀ, ਇੱਕ ਹੋਰ ਜਿਹੜਾ ਸੈਂਸਿਟਿਵ ਇਸ਼ੂ ਰਿਹਾ ਪਿਛਲੇ ਦਿਨਾਂ ਦੇ ਵਿੱਚ ਚਰਚਾ ਵਿੱਚ, ਉਹ ਜਿਵੇਂ ਕਿ ਤੁਹਾਡੇ ਨਾਲ ਗੱਲ ਕੀਤੀ ਹੈ, ਨਵਦੀਪ ਬੈਂਸ ਜਿਹੜੇ ਕਿ ਟਰੂਡੋ ਸਰਕਾਰ ਦੇ ਵਿੱਚ ਲੰਬਾ ਸਮਾਂ ਮਿਨਿਸਟਰ ਰਹੇ ਨੇ। ਸੋ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਅਚਾਨਕ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਤੇ ਨਾਲ ਇਹ ਵੀ ਕਹਿ ਦਿੱਤਾ ਵੀ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਹ ਉਮੀਦਵਾਰ ਨਹੀਂ ਹੋਣਗੇ, ਮਤਲਬ ਚੋਣ ਨਹੀਂ ਲੜਨਗੇ। ਹਰਕੀਰਤ ਜੀ, ਉਹਨਾਂ ਦੇ ਅਸਤੀਫੇ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਵੀ ਕੀ ਇਹਦੇ ਪਿੱਛੇ ਕਾਰਨ ਨੇ। ਭਾਵੇਂ ਕਿ ਨਵਦੀਪ ਬੈਂਸ ਉਹਨਾਂ ਨੇ ਇਹ ਕਿਹਾ ਵੀ ਮੈਂ ਹੁਣ ਤਕਰੀਬਨ 16-17 ਸਾਲ ਮੈਂ ਲਗਾਤਾਰ ਸਰਗਰਮ ਸਿਆਸਤ ਦੇ ਵਿੱਚ ਰਿਹਾ, ਵੀ ਹੁਣ ਮੈਂ ਆਪਣੀ ਫੈਮਿਲੀ ਨੂੰ ਸਮਾਂ ਦੇਣਾ ਚਾਹੁੰਦਾ। ਉਸ ਤੋਂ ਬਾਵਜੂਦ ਬਹੁਤ ਸਾਰੀਆਂ ਜਿਹੜੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਵੀ ਹੋ ਸਕਦਾ ਕੁਝ ਨਾ ਕੁਝ ਇਹਦੇ ਪਿੱਛੇ ਕੋਈ ਘਾਲਾ ਮਾਲਾ ਹੋਵੇ, ਕੋਈ ਸਕੈਂਡਲ ਹੋਵੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਨਿਕਲੇ। ਉਸ ਤੋਂ ਪਹਿਲਾਂ ਹੀ ਨਵਦੀਪ ਬੈਂਸ ਹੋਣੀ ਪਾਸਾ ਵੱਟ ਗਏ ਨੇ। ਈਵਨ ਕਿ ਭਾਰਤ ਦੇ ਕੁਝ ਮੀਡੀਆ ਨੇ ਤਾਂ ਇੱਥੇ ਤੱਕ ਖਬਰਾਂ ਲਾ ਦਿੱਤੀਆਂ ਨੇ ਵੀ ਕੁਝ ਨਾ ਕੁਝ ਜ਼ਰੂਰ ਇਹਦੇ ਪਿੱਛੇ ਹੈ, ਕੁਝ ਰਿੱਝ ਰਿਹਾ ਹੈ, ਵੀ ਤਾਂ ਹੀ ਜਿਹੜੇ ਨਵਦੀਪ ਬੈਂਸ ਅਸਤੀਫਾ ਦੇ ਕੇ ਗਏ ਨੇ। ਸਿਮਰਤ ਜੀ, ਮੈਂ ਜਦ ਥੋੜ੍ਹਾ ਜਿਹਾ ਇਹਨੂੰ ਐਨਾਲਾਈਜ਼ ਕੀਤਾ ਸਿਚੁਏਸ਼ਨ ਨੂੰ, ਨਵਦੀਪ ਸਾਹਿਬ ਦੀ ਨੂੰ, ਤਾਂ ਅੱਜ ਤੋਂ 3 ਮਹੀਨੇ ਪਹਿਲਾਂ ਸ਼ਾਇਦ ਆਪਾਂ ਜਿਹੜਾ ਪ੍ਰੋਗਰਾਮ ਕੀਤਾ ਸੀ, ਉਦੋਂ ਪਹਿਲਾਂ ਜਦ ਆਪਾਂ ਗੱਲ ਕੀਤੀ ਸੀ ਕਿ ਨਵਦੀਪ ਬੈਂਸ ਸਾਹਿਬ ਇੱਕ ਬਹੁਤ ਵੱਡੇ ਆਪਣਾ ਜਿਹੜਾ ਫਿਊਚਰ ਹੈ ਉਹ ਬਹੁਤ ਬ੍ਰਾਈਟ ਦੇਖਦੇ ਨੇ। ਹੋ ਸਕਦਾ ਆਉਣ ਵਾਲੇ ਟਾਈਮ ਵਿੱਚ ਜੇ ਲਿਬਰਲ ਦੀ ਗਵਰਨਮੈਂਟ ਕਦੇ ਵੀ ਆਏਗੀ ਤਾਂ ਉਹ ਵੁੱਡ ਵੀ ਆਪਣੇ ਆਪ ਨੂੰ ਐਜ਼ ਅ ਪ੍ਰਾਈਮ ਮਿਨਿਸਟਰ, ਬਿਲਕੁਲ, ਆਪਣੇ ਭਾਈਚਾਰੇ 'ਚ ਤਾਂ ਗੱਲਾਂ ਹੋ ਵੀ ਰਹੀਆਂ ਸੀ। ਹਾਂਜੀ, ਕਿ ਪਹਿਲਾ ਜੇ ਪ੍ਰਾਈਮ ਮਿਨਿਸਟਰ ਲਿਬਰਲ ਵੱਲੋਂ ਹੋਏਗਾ ਤੇ ਸਿੱਖ ਪ੍ਰਾਈਮ ਮਿਨਿਸਟਰ ਤਾਂ ਉਹ ਨਵਦੀਪ ਬੈਂਸ ਸਾਹਿਬ ਹੋਣਗੇ। ਸੋ ਅਚਾਨਕ ਹੀ ਉਹਨਾਂ ਦਾ ਪੋਲੀਟੀਕਲ ਸਿਨੈਰੀਓ ਤੋਂ ਹਟ ਜਾਣਾ, ਸੋ ਇੱਕ ਇਹ ਬਹੁਤ ਆਪਣੇ ਆਪ ਵਿੱਚ ਬਹੁਤ ਵੱਡਾ ਕੁਐਸਚਨ ਹੈ। ਸੋ ਉਹਨਾਂ ਦੇ ਇਸ ਟਾਈਮ ਮਨੋਸਥਿਤੀ ਜੋ ਹੈ ਜਾਂ ਚੱਲ ਰਹੀ ਹੋਏਗੀ, ਉਹ ਐਡਾ ਵੱਡਾ ਡਿਸੀਜ਼ਨ ਲੈਣ ਤੋਂ ਪਹਿਲਾਂ ਬੰਦਾ ਕੋਈ ਵੀ ਖਾਸ ਕਰ ਜੋ ਇਸ ਲੈਵਲ ਦਾ ਪੋਲੀਟੀਸ਼ੀਅਨ ਹੋਏਗਾ ਉਹਨੂੰ 100 ਗੱਲਾਂ ਸੋਚਣੀਆਂ ਪੈਂਦੀਆਂ। ਹਾਂਜੀ, ਸੋ ਮੈਨੂੰ ਜ਼ਰੂਰ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਇਸ ਚੀਜ਼ ਦੇ ਵਿੱਚ ਕਿ ਕਿਤੇ ਨਾ ਕਿਤੇ ਇਹਦੇ ਵਿੱਚ ਕੋਈ ਨਾ ਕੋਈ ਇਹੋ ਜਿਹੀ ਕੋਈ ਰੀਜ਼ਨ ਹੈ ਜਿਹਦੇ ਕਰਕੇ ਉਹ ਇਸ ਪੋਲੀਟੀਕਲ ਸਿਨੈਰੀਓ ਤੋਂ ਉਹ ਸਾਈਡ ਤੇ ਹੋ ਗਏ ਨੇ। ਨਾਲੇ ਇਹ ਵੀ ਹਰਕੀਰਤ ਜੀ, ਪਿਛਲੇ ਦਿਨਾਂ ਦੇ ਵਿੱਚ ਜੋ ਕਿਉਂਕਿ ਉਹਨਾਂ ਦੇ ਹੁਣ ਅਸਤੀਫੇ ਤੋਂ ਬਾਅਦ ਬਹੁਤ ਸਾਰੇ ਜਿਹੜੇ ਮੀਡੀਆ ਨੇ, ਇੱਥੇ ਦੀਆਂ ਲੋਕਲ ਅਖਬਾਰਾਂ ਨੇ ਵੀ ਐਨਾਲਿਸਿਸ ਕੀਤੇ ਨੇ ਆਪਣੇ, ਤੇ ਜਿਹੜਾ ਉਹਨਾਂ ਦਾ ਪਿਛਲਾ 5 ਸਾਲ ਦਾ ਸਫ਼ਰ ਰਿਹਾ ਹੈ, ਖਾਸ ਕਰਕੇ ਇਨੋਵੇਸ਼ਨ ਅਤੇ ਇੰਡਸਟਰੀ ਮਿਨਿਸਟਰ ਦੇ ਤੌਰ ਤੇ ਕਿਹਾ ਜਾ ਰਿਹਾ ਵੀ ਉਹਨਾਂ ਨੇ ਬਹੁਤ ਸਾਰਾ ਕੰਮ ਕੀਤਾ ਹੈ।
ਉਹਦੇ ਇੰਡਸਟਰੀ ਨੂੰ ਦੁਬਾਰਾ ਮੁੜ ਜਿਹੜਾ ਲੀਹਾਂ 'ਤੇ ਲਿਆਉਣ ਲਈ, ਇਕਨੋਮੀ ਨੂੰ ਲੀਹਾਂ 'ਤੇ ਲਿਆਉਣ, ਈਵਨ ਉਹਨਾਂ ਨੇ ਇੱਥੇ ਤੱਕ ਕਿਹਾ ਸੀ, ਆਪਣੇ ਕੈਨੇਡਾ ਦੇ ਇੱਕ ਬਹੁਤ ਪੁਰਾਣੇ ਮਿਨਿਸਟਰ ਸੀ, ਉਹਨਾਂ ਨੇ ਕੋਟੇਸ਼ਨ ਦਿੱਤੀ ਵੀ ਉਹਨਾਂ ਨੇ ਜਿਹੜਾ ਕੈਨੇਡਾ ਨੂੰ ਐਗਰੀਕਲਚਰ ਤੋਂ ਇੰਡਸਟਰੀ ਪਾਵਰ ਹਾਊਸ ਬਣਾਇਆ ਸੀ। ਸੋ ਇਹ ਕਹਿੰਦੇ ਇਹਨਾਂ ਨੇ ਕਿਹਾ ਸੀਗਾ ਵੀ ਮੈਂ ਇੰਡਸਟਰੀ ਪਾਵਰ ਹਾਊਸ ਤੋਂ ਇਹਨੂੰ ਇਨੋਵੇਸ਼ਨ ਵੱਲ ਲੈ ਕੇ ਜਾਣਾ ਚਾਹੁੰਦਾ ਕੈਨੇਡੀਅਨ ਆਰਥਿਕਤਾ ਨੂੰ। ਪਰ ਜੋ ਉਹਨਾਂ ਦਾ ਹੁਣ ਐਂਡ ਹੋਇਆ ਇੱਥੇ ਹੋ ਗਿਆ ਵੀ ਉਹਨਾਂ ਨੇ ਹੁਣ ਗਾਂਹ ਚੋਣਾਂ ਵੀ ਨਹੀਂ ਲੜਨੀਆਂ। ਅਤੇ ਦੋ ਜਿਹੜੀਆਂ ਚੀਜ਼ਾਂ ਇਹ ਹੈ ਵੀ ਆਉਣ ਵਾਲੇ ਪਿਛਲੇ ਸਮੇਂ ਦੇ ਵਿੱਚ ਉਹ ਕੰਟਰੋਵਰਸੀ ਦੇ ਵਿੱਚ ਵੀ ਆਏ। ਇੱਕ ਜਿਹੜਾ ਆਪਣੇ ਬਰੈਂਪਟਨ ਦੇ ਵਿੱਚ ਕੋਈ ਇੱਕ ਲੈਂਡ ਪੀਸ ਸੀਗਾ, ਉਹਨਾਂ ਦੇ ਉਸ ਸਮੇਂ ਦੇ ਜਿਹੜੇ MP ਸੀ ਰਾਜ ਗਰੇਵਾਲ, ਉਹਨਾਂ ਦੇ ਨਾਲ ਵੀ ਉਹਨਾਂ ਦਾ ਨਾਂ ਜੁੜਿਆ ਵੀ ਕਿਤੇ ਨਾ ਕਿਤੇ ਇਹਨਾਂ ਦੀ ਇਨਵੋਲਵਮੈਂਟ ਹੈ ਇਸ ਲੈਂਡ ਪੀਸ ਦੇ ਨਾਲ। ਪਰ ਨਵਦੀਪ ਬੈਂਸ ਉਹਨਾਂ ਨੇ ਉਹਨੂੰ ਡਿਨਾਈ ਕੀਤਾ ਵੀ ਨਹੀਂ, ਮੇਰਾ ਕੋਈ ਇਸ ਨਾਲ ਸੰਬੰਧ ਨਹੀਂ। ਉਸ ਤੋਂ ਬਾਅਦ ਪਿਛਲੇ ਸਾਲ ਦੀ ਗੱਲ ਹੈ, ਫੋਰਟ ਐਲੀ ਦੇ ਵਿੱਚ ਇੱਕ ਗੁਰਦੁਆਰੇ ਦੇ ਨਾਲ ਨਾਂ ਜੁੜਿਆ ਵੀ ਜੋ ਉੱਥੇ ਹੋਇਆ, ਇੰਡੀਆ ਤੋਂ ਕੁਝ ਬੰਦੇ ਸੱਦੇ ਉੱਥੇ ਪਰਮਿਟ 'ਤੇ, ਵੀ ਹੋ ਸਕਦਾ ਕਿਤੇ ਨਾ ਕਿਤੇ ਇਹਨਾਂ ਦੀ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਉਹਦੇ ਵਿੱਚ ਇਨਵੋਲਵਮੈਂਟ ਹੈ। ਪਰ ਉਸ ਤੋਂ ਵੀ ਨਵਦੀਪ ਬੈਂਸ ਉਹਨਾਂ ਨੇ ਡਿਨਾਈ ਕੀਤਾ। ਸੋ ਕੰਟਰੋਵਰਸੀ ਅਤੇ ਹੋਰ ਜਿਹੜੀਆਂ ਚੀਜ਼ਾਂ ਨਾਲ ਦੇ ਨਾਲ ਚੱਲਦੀਆਂ ਰਹੀਆਂ ਨੇ। ਪਰ ਹੁਣ ਨਵਦੀਪ ਬੈਂਸ ਸਿਆਸੀ ਜਿਹੜੇ ਸਟੇਜ ਤੋਂ ਪਾਸੇ ਹੋ ਗਏ ਨੇ। ਸਮਝ ਜੀ, ਦੇਖੋ ਜਿਹੜੀਆਂ ਕੰਟਰੋਵਰਸੀਜ਼ ਨੇ ਨਾ, ਦੇ ਆਰ ਪਾਰਟ ਐਂਡ ਪਾਰਸਲ ਆਫ ਦਿਸ ਪ੍ਰੋਫੈਸ਼ਨ, ਖਾਸ ਕਰਕੇ ਸਿਆਸਤ ਦੇ ਨਾਲ। ਉਹੀ ਮੈਂ ਗੱਲ ਕਰ ਰਿਹਾ। ਜੇ ਸਿਆਸਤ ਵਿੱਚ ਤੁਸੀਂ ਰਹੋਗੇ ਤਾਂ ਜੇ ਤੁਸੀਂ ਕੰਟਰੋਵਰਸ਼ੀਅਲ ਨਹੀਂ ਹੈਗੇ ਹੋ ਫਿਰ ਤੁਸੀਂ ਕਾਹਦੇ ਸਿਆਸਤਦਾਨ ਹੋਏ। ਸੋ ਸਿਆਸਤ ਤਾਂ ਇਟਸ ਲਾਈਕ ਐਨ ਤੁਹਾਡੀ ਮੈਰਿਜ ਆ ਕੰਟਰੋਵਰਸੀ ਦੇ ਨਾਲ, ਮਤਲਬ ਕੁਝ ਨਾ ਕੁਝ ਚੱਲਦਾ ਰਹਿਣਾ ਚਾਹੀਦਾ, ਕੁਝ ਨਾ ਕੁਝ ਚੱਲਦਾ ਰਹਿਣਾ ਚਾਹੀਦਾ। ਖੈਰ ਮੈਂ ਨਹੀਂ ਕਹਾਂਗਾ, ਲੇਕਿਨ ਚੱਲਦਾ ਰਹਿੰਦਾ, ਦਿਸ ਇਜ਼ ਪਾਰਟ ਆਫ ਇਟ। ਸੋ ਇਹ ਜਿਹੜੀਆਂ ਕੰਟਰੋਵਰਸੀਜ਼ ਹੈ ਸੀ ਇਹਦੇ 'ਚ, ਪਰ ਇਹ ਕੰਟਰੋਵਰਸੀਜ਼ ਹੈ ਸੀ, ਜੇ ਆਪਾਂ ਕਹੀਏ ਵੀ ਇਹਨਾਂ ਕਰਕੇ ਉਹਨਾਂ ਨੇ ਇਹ ਡਿਸੀਜ਼ਨ ਲਿੱਤਾ, ਮੈਨੂੰ ਨਹੀਂ ਲੱਗਦਾ। ਕਿਉਂਕਿ ਇੱਕ ਮੈਂ ਇੱਥੇ ਤੁਹਾਡੇ ਨਾਲ ਹੋਰ ਇੱਕ ਥੋੜ੍ਹੀ ਜਿਹੀ ਹੋਰ ਮੈਂ ਐਡ ਕਰ ਦੇਵਾਂ। ਜਿਹੜਾ ਫੋਰਟ ਵੈਲੀ ਵਾਲੇ ਗੁਰਦੁਆਰਾ ਸਾਹਿਬ ਦੀ ਗੱਲ ਹੋਈ ਸੀ ਨਾ, ਉਹਦੇ ਵਿੱਚ ਜਿਹੜਾ ਉਸ ਗੁਰਦੁਆਰੇ ਨੂੰ ਚੈਰਿਟੀ ਨੰਬਰ ਮਿਲਿਆ ਸੀਗਾ, ਉਹ ਬੜੀ ਛੇਤੀ ਮਿਲਿਆ ਸੀ। ਕਿਉਂਕਿ ਆਮ ਕਿਹਾ ਜਾਂਦਾ ਹੈ ਵੀ ਜੇ ਕਿਸੇ ਨੇ ਚੈਰਿਟੀ ਨੰਬਰ ਲੈਣਾ ਤਾਂ 2-2 3-3 ਸਾਲ ਲੱਗ ਜਾਂਦੇ ਨੇ, ਕਾਫੀ ਲੰਬੀਆਂ ਜਿਹੜੀਆਂ ਇੰਟਰਵਿਊਜ਼ ਹੁੰਦੀਆਂ ਨੇ, ਕਾਗਜ਼ ਪੱਤਰ ਚੱਲਦੇ ਨੇ। ਤਾਂ ਉਸ ਗੁਰਦੁਆਰੇ ਨੂੰ ਬੜੀ ਛੇਤੀ ਜਿਹੜਾ ਚੈਰਿਟੀ ਨੰਬਰ ਮਿਲ ਗਿਆ ਸੀ। ਸੋ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਸੀਗਾ ਵੀ ਹੋ ਸਕਦਾ ਕੋਈ ਨਾ ਕੋਈ ਉਹਦੇ ਵਿੱਚ ਇਨਵੋਲਵਮੈਂਟ ਹੋਵੇ ਕਿਸੇ ਸਿਆਸੀ ਲੀਡਰ ਦੀ। ਦੇਖੋ, ਸਪੋਜ਼ ਕਰੋ ਆਪਾਂ ਗੱਲ ਕਰਦੇ ਹਾਂ ਕਿ ਕਿਸੇ ਦੀ ਇਨਵੋਲਵਮੈਂਟ ਹੈ ਵੀ ਸੀ, ਪਰ ਸਿਰਫ ਇੰਨੀ ਕਿ ਗੱਲ ਦੇ ਨਾਲ ਕੋਈ ਆਪਣਾ ਪੋਲੀਟੀਸ਼ੀਅਨ ਆਪਣਾ ਸਕਸੈਸਫੁਲ ਕੈਰੀਅਰ ਦਾਅ ਤੇ ਨਹੀਂ ਲਾਏਗਾ, ਕਿਉਂਕਿ ਉਹ ਆਪਣਾ ਰੀਜ਼ਨਿੰਗ ਦੇਣ ਦੀ ਕੋਸ਼ਿਸ਼ ਕਰੂਗਾ, ਆਪਣੇ ਆਪ ਨੂੰ ਸਾਫ਼ ਬਚ ਕੇ ਨਿਕਲਣ ਦੀ ਕੋਸ਼ਿਸ਼ ਕਰੂਗਾ ਔਰ ਆਪਣੀਆਂ ਪੱਖ ਆਪਣਾ ਰੱਖਣ ਦੀ ਕੋਸ਼ਿਸ਼ ਕਰੇਗਾ। ਸੋ ਜੇ ਉਹ ਇਹਦੇ ਵਿੱਚ ਇਹ ਹੈ ਵੀ ਸੀ ਇਹਦਾ ਕਿਤੇ ਨਾ ਕਿਤੇ ਹੱਥ, ਮੈਨੂੰ ਨਹੀਂ ਲੱਗਦਾ ਕਿ ਇਹ ਐਡੀ ਵੱਡੀ ਗੱਲ ਹੈ ਕਿ ਇਹ ਇਸ ਚੀਜ਼ ਨੂੰ ਉਹ ਆਪਾਂ ਨੂੰ ਕਲੀਅਰ ਕਰ ਸਕਦੇ ਸੀ ਕਿ ਨਹੀਂ ਮੈਂ ਕੋਈ ਇਨਵੋਲਵਮੈਂਟ ਨਹੀਂ ਹੈਗੀ ਹੈ। ਸੋ ਯੂ ਕੈਨ ਚੈੱਕ ਆਲ ਦ ਇਨਵੈਸਟੀਗੇਸ਼ਨ ਹੁੰਦੀ, ਉਹਨਾਂ ਨੇ ਸਾਫ਼ ਬਾਹਰ ਆ ਜਾਣਾ ਸੀ। ਔਰ ਦੂਸਰੀ ਗੱਲ ਇਹ ਹੈ ਕਿ ਜਿਹੜੀ ਪਲਾਟ ਦੀ ਵੀ ਗੱਲ ਤੁਸੀਂ ਕਰ ਰਹੇ ਹੋ, ਉਹ ਵੀ ਇੱਦਾਂ ਦੀ ਕੋਈ ਐਡੀ ਵੱਡੀ ਗੱਲ ਨਹੀਂ ਸੀ ਕਿ ਕਿਸੇ ਦਾ ਪੋਲੀਟੀਕਲ ਕੈਰੀਅਰ ਉਹ ਇਸ ਤਰ੍ਹਾਂ ਖਤਮ ਹੋ ਜਾਂਦਾ ਹੈਗਾ, ਬਿਕੋਜ਼ ਉਹ ਕਦੇ ਪ੍ਰੂਵ ਹੀ ਨਹੀਂ ਹੋਈਆਂ ਇਹ ਗੱਲਾਂ ਜਿਹੜੀਆਂ ਆਪਾਂ ਕਰ ਰਹੇ ਹਾਂ। ਇਹ ਤਾਂ ਸਿਰਫ ਆਪਾਂ ਐਗਜ਼ਿਊਮ ਕਰ ਰਹੇ ਹਾਂ। ਇਹ ਕਿਆ, ਦੇਖੋ ਇਲਜ਼ਾਮ ਤਾਂ ਕਿਸੇ 'ਤੇ ਕੋਈ ਵੀ ਲਾ ਸਕਦਾ ਹੈਗਾ। ਈਵਨ ਇਲਜ਼ਾਮ ਤਾਂ ਦੇਖੋ ਜਦੋਂ 2018 ਦੇ ਵਿੱਚ ਜਿਹੜਾ ਵਫਦ ਇੰਡੀਆ ਗਿਆ ਸੀਗਾ ਪ੍ਰਧਾਨ ਮੰਤਰੀ ਟਰੂਡੋ ਦੇ ਨਾਲ, ਸੋ ਆਪਣੇ ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਲਾਇਆ ਸੀਗਾ ਵੀ ਇਹ ਜਿਹੜੇ ਮੰਤਰੀ ਨੇ ਟਰੂਡੋ ਸਰਕਾਰ ਦੇ ਉਹ ਖਾਲਿਸਤਾਨੀ ਸਿੰਪਥਾਈਜ਼ਰ ਨੇ। ਹਾਂਜੀ, ਬਿਲਕੁਲ। ਜਦਕਿ ਬੈਂਸ ਸਾਹਿਬ ਕਦੇ ਵੀ ਖੁੱਲ੍ਹ ਕੇ ਉਹਨਾਂ ਨੇ ਗੱਲ ਨਹੀਂ ਕੀਤੀ ਹੈਗੀ। ਸੋ ਔਰ ਉਹ ਬੜੇ ਲਿਬਰਲ ਮੰਨੇ ਜਾਂਦੇ ਨੇ, ਔਰ ਕਿਉਂਕਿ ਉਹ ਇੱਥੇ ਦੇ ਕੈਨੇਡੀਅਨ ਉਹ ਬੜੇ ਨੇ, ਪੜ੍ਹੇ ਲਿਖੇ, ਉੱਥੇ ਐਜੂਕੇਸ਼ਨ ਸਾਰੀ ਇੱਥੇ ਦੀ ਹੈ। ਸੋ ਉਹਦੇ ਵਿਚਾਰ ਕੀ ਮੋਰ ਕੈਨੇਡੀਅਨ ਨੇ, ਨਾ ਕਿ ਉਹ ਕਿਸੇ ਦੇ ਪੱਖਵਾਦੀ ਨੇ ਉਸ ਚੀਜ਼। ਕਿਉਂਕਿ ਇੱਕ ਗੱਲ ਇਹ ਸੀਗੀ ਹਰਕੀਰਤ ਜੀ, ਕਿਉਂਕਿ ਇਹਦੇ ਜਿਹੜੇ ਪਿਛੋਕੜ ਦੇ ਆਪਾਂ ਦੇਖੀਏ, ਜਿਹੜੇ ਉਹਨਾਂ ਦੇ ਪਿਤਾ ਜੀ ਸੀ ਜਾਂ ਉਹਨਾਂ ਦਾ ਜੋ ਗਰੁੱਪ ਸੀ ਜਿਸ ਕਰਕੇ ਜਿਨ੍ਹਾਂ ਦੀ ਸਪੋਰਟ ਕਰਕੇ ਉਹ ਇੱਥੇ ਤੱਕ ਪਹੁੰਚੇ ਨੇ, ਉਹ ਕਿਤੇ ਨਾ ਕਿਤੇ ਬਹੁਤ ਲੰਬਾ ਸਮਾਂ ਇਸ ਚੀਜ਼ ਦੇ ਹਾਮੀ ਰਹੇ ਨੇ। ਦੇਖੋ, ਇਹ ਬਿਲਕੁਲ ਸਹੀ ਗੱਲ ਹੈ ਕਿ ਉਹ ਇਹਦੇ ਜੋ ਫਾਦਰ ਸਾਹਿਬ ਸੀ ਉਹ ਕਿਸੇ ਟਾਈਮ ਦੇ ਵਿੱਚ ਪੱਖਵਾਦੀ ਰਹੇ ਨੇ, ਉਸ ਚੀਜ਼ ਨੂੰ ਸਪੋਰਟ ਕਰਦੇ ਰਹੇ ਨੇ। ਲੇਕਿਨ ਨਵਦੀਪ ਬੈਂਸ ਸਾਹਿਬ ਕਦੇ ਵੀ ਖੁੱਲ੍ਹ ਕੇ ਨਹੀਂ ਆਈ ਇਸ ਗੱਲ ਨੂੰ ਆਪਣਾ ਕੀਤਾ ਹੈਗਾ। ਉਹਨਾਂ ਨੇ ਆਪਣੇ ਆਪ ਨੂੰ ਜੋ ਪ੍ਰੈਜ਼ੈਂਟ ਕੀਤਾ ਹੈ ਉਹ ਬੜਾ ਸੁਲਝਿਆ ਹੋਇਆ ਸਿਆਸਤਦਾਨ ਪ੍ਰੈਜ਼ੈਂਟ ਕੀਤਾ ਹੈ। ਸੋ ਅਚਾਨਕ ਹੀ ਉਹਨਾਂ ਦਾ ਇਹ ਡਿਸੀਜ਼ਨ ਲੈਣਾ ਕਿ ਉਹ ਆਪਣੇ ਸਿਆਸਤ ਛੱਡ ਰਹੇ ਨੇ, ਉਹਨਾਂ ਨੇ ਡਿਸੀਜ਼ਨ ਲੈਣਾ ਕਿ ਉਹ ਨਹੀਂ ਲੜਨਗੇ ਆਉਣ ਵਾਲੀਆਂ ਇਲੈਕਸ਼ਨਸ, तो एक बड़ा क्वेश्चन मार्क है इस चीज़ ਦੇ ਵਿੱਚ। ਅੱਛਾ, ਆਪਣਾ ਹਰਕੀਰਤ ਜੀ ਸਮਾਂ ਵੀ ਤਕਰੀਬਨ ਸਮਾਪਤੀ ਵਾਲਾ, ਇੱਕ ਅੱਧਾ ਮਿੰਟ ਰਹਿ ਗਿਆ ਆਪਣੇ ਕੋਲ।
ਇਹ ਪਰ ਗੱਲ ਇਹ ਆ ਵੀ ਜਿਹੜਾ ਜੋ ਕੁਝ ਵੀ ਹੋਇਆ, ਜਿਸ ਤਰ੍ਹਾਂ ਦੀ ਮੀਡੀਆ ਦੇ ਵਿੱਚ ਹੁਣ ਖਬਰ ਆ ਰਹੀ ਹੈ, ਇਹ ਗੱਲ ਇੰਨੀ ਛੇਤੀ ਪਚ ਨਹੀਂ ਰਹੀ, ਭਾਵੇਂ ਕਿ ਮੀਡੀਆ ਕਾਰਾਂ ਨੂੰ ਵੀ ਤੇ ਆਮ ਲੋਕਾਂ ਨੂੰ ਵੀ। ਸਿਮਰਨ ਕਿਉਂ ਜੀ ਛੱਡ ਦੇਖੋ, ਗਿਆ? ਆਪਾਂ ਇਸ ਚੀਜ਼ ਨੂੰ ਵੇਟ ਐਂਡ ਵਾਚ ਕਰਦੇ ਹਾਂ। ਆਪਾਂ ਇਹ ਤੇ ਇੱਕ ਪੂਰਾ ਪ੍ਰੋਗਰਾਮ ਵੀ ਕਰ ਲਾਂਗੇ ਕਿ ਜਦ ਆਉਣ ਦਾ ਟਾਈਮ 'ਚ ਨਵਾਂ ਕੋਈ ਆਪਾਂ ਇਨਫੋਰਮੇਸ਼ਨ ਮਿਲੇਗੀ ਔਰ ਆਪਾਂ ਜ਼ਰੂਰ ਦਰਸ਼ਕਾਂ ਨਾਲ ਸਾਂਝੀ ਕਰਾਂਗੇ ਕਿ ਇਹਦੇ ਪ੍ਰੋ ਐਂਡ ਕੌਨਸ ਹੋਣਗੇ, ਉਹਨਾਂ ਦੀ ਆਪਣੀ ਲਾਈਫ ਬਾਰੇ ਵੀ ਔਰ ਲਿਬਰਲ ਪਾਰਟੀ ਬਾਰੇ ਵੀ, ਜਿਹਨੇ ਕਿ ਇੱਕ ਬਹੁਤ ਅੱਛਾ ਇੱਕ ਸਿਆਸਤਦਾਨ ਖੋ ਦਿੱਤਾ ਹੈ। ਬਿਲਕੁਲ ਜੀ। ਵਗੈਰਾ ਜੀ, ਅੱਜ ਦੀ ਚਰਚਾ ਵਿੱਚ ਤੁਸੀਂ ਸ਼ਾਮਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਿਮਰਨ ਜੀ। ਤੁਸੀਂ ਦੇਖ ਰਹੇ ਸੀ ਸਟਾਰ ਟਾਕ। ਅਗਲੇ ਹਫਤੇ ਤੁਹਾਡੇ ਲਈ ਫਿਰ ਇੱਕ ਨਵਾਂ ਸ਼ੋਅ ਲੈ ਕੇ ਹਾਜ਼ਰ ਹੋਵਾਂਗੇ। ਅੱਜ ਦਾ ਸ਼ੋਅ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ, ਤੁਸੀਂ ਆਪਣੇ ਵਿਚਾਰ ਈਮੇਲ ਰਾਹੀਂ ਅਤੇ ਫੋਨ ਰਾਹੀਂ ਵੀ ਸਾਡੇ ਤੱਕ ਜ਼ਰੂਰ ਪਹੁੰਚਾ ਸਕਦੇ ਹੋ। ਅਗਲੇ ਹਫਤੇ ਫਿਰ ਮਿਲਾਂਗੇ। ਮੈਨੂੰ ਦਿਓ ਇਜਾਜ਼ਤ। ਧੰਨਵਾਦ।